बहुत ही प्यारे बच्चों, मैं सुखविंदर कौर पंजाबी मिस्ट्रेस ਅਤੇ पंजाबी रिसोर्स परसन। ਬੱਚਿਓ ਅੱਜ ਆਪਾਂ ਬਹੁਤ ਸੋਹਣਾ ਪਾਠ ਪੜਾਂਗੇ। ਤੁਹਾਡੀ ਪਾਠ ਪੁਸਤਕ ਦੇ ਵਿੱਚ ਪਾਠ ਨੰਬਰ 11 ਹੈ ਇੱਕ, ਜਿਸ ਦਾ ਨਾਂ ਹੈ ਪੰਜਾਬੀ ਲੋਕ ਨਾਚ ਗਿੱਧਾ। ਹੈ ਨਾ ਬਹੁਤ ਸੋਹਣਾ ਪਾਠ। ਸੋ ਕਿਉਂਕਿ ਗਿੱਧਾ ਸ਼ਬਦ ਸੁਣਦੇ ਸਾਰ ਹੀ ਆਪਣੇ ਅੰਦਰ ਬੱਚਿਓ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਹੈ। ਗਿੱਧਾ ਭੰਗੜਾ ਅਗਰ ਕਿਤੇ ਪੈਂਦਾ ਹੋਵੇ ਤਾਂ ਆਪਣੇ ਆਪ ਨੂੰ ਆਪਾਂ ਰੋਕ ਨਹੀਂ ਸਕਦੇ ਉਸ ਵੱਲ ਜਾਣ ਲਈ, ਕਿਉਂਕਿ ਗਿੱਧਾ ਪੰਜਾਬੀਆਂ ਦੀ ਗੁੜਤੀ ਦੇ ਵਿੱਚ ਹੀ ਸ਼ਾਮਿਲ ਹੈ। ਸੋ ਬੱਚੋ, ਸਭ ਤੋਂ ਪਹਿਲਾਂ ਆਪਾਂ ਇਸ ਦੇ ਸਿਰਲੇਖ ਬਾਰੇ ਜਾਣੂ ਹੋਵਾਂਗੇ। ਸਿਰਲੇਖ ਜੋ ਦਿੱਤਾ ਹੋਇਆ ਪੰਜਾਬੀ ਲੋਕ ਨਾਚ ਗਿੱਧਾ, ਅਗਰ ਆਪਾਂ ਕਿਸੇ ਵੀ ਪਾਠ ਦਾ ਸਿਰਲੇਖ ਦੇਖ ਲਈਏ, ਜਾਣੂ ਹੋ ਜਾਈਏ ਉਸ ਬਾਰੇ, ਤਾਂ ਅੱਧੇ ਤੋਂ ਵੱਧ ਜੋ ਜਾਣਕਾਰੀ ਆਪਾਂ ਨੂੰ ਪਾਠ ਦੀ ਉਸ ਦੇ ਵਿੱਚੋਂ ਮਿਲ ਜਾਂਦੀ ਹੈ, ਕਿਉਂਕਿ ਉਹ ਪੂਰੇ ਦੇ ਪੂਰੇ ਪਾਠ ਦਾ ਇੱਕ ਨਿਚੋੜ ਹੁੰਦਾ ਹੈ। ਸੋ ਲੋਕ ਨਾਚ ਸ਼ਬਦ ਕੀ ਹੁੰਦਾ? ਜਿੱਥੇ ਵੀ ਬੱਚਿਓ ਲੋਕ ਗੀਤ, ਲੋਕ ਨਾਚ, ਲੋਕ ਸ਼ਬਦ ਅੱਗੇ ਲੱਗ ਜਾਂਦਾ ਤਾਂ ਇਹਦਾ ਮਤਲਬ ਉਹ ਸਾਰੇ ਲੋਕਾਂ ਦਾ ਇੱਕ ਸਾਂਝਾ ਹੁੰਦਾ ਹੈ। ਮਤਲਬ ਕਿਸੇ ਇੱਕ ਦਾ ਖਾਸ ਨਹੀਂ, ਸਾਰੇ ਲੋਕਾਂ ਦਾ, ਜਿਸ ਨੂੰ ਸਿਖਾਉਣ ਲਈ, ਜਿਸ ਨੂੰ ਪਾਉਣ ਲਈ ਆਪਾਂ ਨੂੰ ਕਿਸੇ ਖਾਸ ਸਿਖਲਾਈ ਦੀ ਜ਼ਰੂਰਤ ਨਹੀਂ ਪੈਂਦੀ। ਇਹ ਪੀੜ੍ਹੀ ਦਰ ਪੀੜ੍ਹੀ ਆਪ ਮੁਹਾਰੇ ਹੀ ਚੱਲਦਾ ਰਹਿੰਦਾ ਹੈ। ਮਤਲਬ ਇੱਕ ਬੱਚਾ, ਜਿਵੇਂ ਹੁਣ ਆਪਾਂ ਸਿੱਖਿਆ ਆਪਣੇ ਵੱਡਿਆਂ ਤੋਂ, ਆਪਣੇ ਵੱਡੇ ਨੇ ਜਿਹੜੇ, ਉਹਨਾਂ ਨੇ ਵੱਡਿਆਂ ਤੋਂ ਸਿੱਖਿਆ ਹੋਏਗਾ ਤੇ ਆਪਾਂ ਆਪਣੇ ਛੋਟਿਆਂ ਨੂੰ ਸਿਖਾਵਾਂਗੇ। ਗਿੱਧਾ ਬੱਚਾ ਦੇਖ ਦੇਖ ਕੇ ਪਾਉਂਦੇ ਨੇ, ਗੀਤ ਗਾਉਂਦੇ ਨੇ ਦੇਖ ਦੇਖ ਕੇ। ਸੋ ਜਿੱਥੇ ਲੋਕ ਸ਼ਬਦ ਲੱਗ ਜਾਂਦਾ ਬੱਚੇ, ਉਹ ਸਾਰੇ ਲੋਕਾਂ ਦਾ ਇੱਕ ਸਾਂਝਾ ਹੁੰਦਾ ਹੈ, ਜੋ ਆਪਣੇ ਆਪ ਹੀ ਅੱਗੇ ਚੱਲਦਾ ਹੈ। ਇਹ ਸਧਾਰਨ ਹੁੰਦਾ ਹੈ। ਇਹਦਾ ਸਭ ਤੋਂ ਵੱਡਾ ਗੁਣ ਹੀ ਸਧਾਰਨਤਾ ਹੁੰਦੀ ਹੈ। ਸਧਾਰਨਤਾ ਕੀ ਹੁੰਦੀ ਹੈ? ਕੋਈ ਨਿਯਮ ਨਹੀਂ ਹੁੰਦੇ ਵੀ ਮਤਲਬ ਇੰਨੇ ਜਣਿਆਂ ਨੇ ਨੱਚਣਾ ਇਸ ਨੂੰ, ਜਿੰਨੇ ਵੀ ਲੋਕ ਇਕੱਠੇ ਹੋ ਗਏ ਸਾਰੇ ਮਿਲ ਕੇ ਨੱਚਣਗੇ। ਪਹਿਰਾਵੇ ਦਾ ਜੋ ਪਹਿਰਾਵਾ ਪਾਇਆ ਉਹਦੇ ਵਿੱਚ ਹੀ ਨੱਚਣਗੇ। ਉਹਦੇ ਲਈ ਕੋਈ ਖਾਸ ਪ੍ਰਬੰਧ ਨਹੀਂ ਹੁੰਦੇ ਵੀ ਇਹੀ ਪਹਿਰਾਵਾ ਪਾਵਾਂਗੇ ਤਾਂ ਹੀ ਗਿੱਧੇ ਦੇ ਵਿੱਚ ਨੱਚ ਸਕਦੇ ਹਾਂ। ਗਿੱਧਾ ਕੀ ਹੈ ਬੱਚਿਓ? ਇੱਕ ਖੁਸ਼ੀ ਹੈ, ਇੱਕ ਉਮੰਗ ਹੈ ਜੋ ਆਪਣੇ ਅੰਦਰੋਂ ਝਲਕਦੀ ਹੈ, ਜੋ ਆਪਣੇ ਕਦਮਾਂ ਨੂੰ ਖੁਦ ਬ ਖੁਦ ਥਿਰਕਣ ਲਈ ਮਜਬੂਰ ਕਰ ਦਿੰਦੀ ਹੈ। ਚਲੋ ਫਿਰ ਹੁਣ ਆਪਾਂ ਪੜ੍ਹੀਏ ਪਾਠ ਪੰਜਾਬੀ ਲੋਕ ਨਾਚ ਗਿੱਧਾ। ਕਿਸੇ ਖੁਸ਼ੀ ਦੇ ਅਵਸਰ 'ਤੇ ਜਦੋਂ ਸਾਡੇ ਅੰਦਰੋਂ ਖੁਸ਼ੀ ਦੀਆਂ ਲਹਿਰਾਂ ਉੱਠਦੀਆਂ ਹਨ ਤਾਂ ਸਾਡਾ ਮਨ ਵਜਦ ਵਿੱਚ ਆ ਜਾਂਦਾ ਹੈ ਤੇ ਅਸੀਂ ਆਪਣੇ ਸਰੀਰ ਦੀਆਂ ਹਰਕਤਾਂ ਰਾਹੀਂ ਇਸ ਦਾ ਪ੍ਰਗਟਾਵਾ ਕਰਦੇ ਹਾਂ। ਰਾਗ ਤੇ ਤਾਲ ਦੇ ਸੁਮੇਲ ਨਾਲ ਮਨੁੱਖ ਨੱਚ ਉੱਠਦਾ ਹੈ। ਇੱਕ ਮਨੁੱਖ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਜਦੋਂ ਦੂਜੇ ਸਾਥੀ ਉਸ ਨਾਲ ਰਲ ਕੇ ਨੱਚਣ ਲੱਗਦੇ ਹਨ ਤਾਂ ਇਹ ਨਾਚ ਸਮੂਹਿਕ ਨਾਚ ਦਾ ਰੂਪ ਧਾਰਨ ਕਰ ਲੈਂਦਾ ਹੈ, ਜਿਸ ਨੂੰ ਅਸੀਂ ਲੋਕ ਨਾਚ ਦਾ ਨਾਮ ਦਿੰਦੇ ਹਾਂ। ਲੋਕ ਨਾਚ ਮਨ ਦੀ ਖੁਸ਼ੀ ਦਾ ਸਰੀਰਕ ਪ੍ਰਗਟਾਵਾ ਹੈ। ਪੰਜਾਬ ਦੇ ਲੋਕ ਨਾਚ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਗਿੱਧਾ, ਭੰਗੜਾ, ਝੂਮਰ, ਲੁੱਡੀ, ਧਮਾਲ, ਸੰਮੀ ਅਤੇ ਕਿੱਕਲੀ ਪੰਜਾਬੀਆਂ ਦੇ ਹਰਮਨ ਪਿਆਰੇ ਲੋਕ ਨਾਚ ਹਨ। ਗਿੱਧਾ ਪੰਜਾਬ ਦੀਆਂ ਮੁਟਿਆਰਾਂ ਦਾ ਮਨਮੋਹਕ ਲੋਕ ਨਾਚ ਹੈ। ਗਿੱਧਾ ਕਿਸੇ ਖੁਸ਼ੀ ਦੇ ਮੌਕੇ 'ਤੇ ਪਾਇਆ ਜਾ ਸਕਦਾ ਹੈ। ਗਿੱਧਾ ਵਿਆਹ ਸ਼ਾਦੀਆਂ ਦੇ ਅਵਸਰ 'ਤੇ ਵਿਸ਼ੇਸ਼ ਤੌਰ 'ਤੇ ਪਾਇਆ ਜਾਂਦਾ ਹੈ। ਸਾਉਣ ਦੇ ਮਹੀਨੇ ਵਿੱਚ ਪੰਜਾਬ ਦੀਆਂ ਮੁਟਿਆਰਾਂ ਇਸ ਨੂੰ ਇੱਕ ਤਿਉਹਾਰ ਦੇ ਰੂਪ ਵਿੱਚ ਮਨਾਉਂਦੀਆਂ ਹਨ, ਜਿਸ ਨੂੰ ਤੀਆਂ ਆਖਦੇ ਹਨ। ਗਿੱਧਾ ਪਾਉਣ ਵੇਲੇ ਕੇਵਲ ਨੱਚਿਆ ਹੀ ਨਹੀਂ ਜਾਂਦਾ, ਸਗੋਂ ਮਨ ਦੇ ਭਾਵ ਪ੍ਰਗਟਾਉਣ ਦੇ ਨਾਲ ਨਾਲ ਬੋਲੀਆਂ ਵੀ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ। ਇਹਨਾਂ ਬੋਲੀਆਂ ਰਾਹੀਂ ਕੁੜੀਆਂ ਆਪਣੇ ਮਨ ਦੇ ਹਾਵ ਭਾਵ ਪ੍ਰਗਟ ਕਰਦੀਆਂ ਹਨ। ਗਿੱਧਾ ਪਾਉਣ ਵੇਲੇ ਕੁੜੀਆਂ ਇੱਕ ਗੋਲ ਦਾਇਰੇ ਬਣਾ ਕੇ ਖਲੋ ਜਾਂਦੀਆਂ ਹਨ। ਵਿਚਕਾਰ ਇੱਕ ਕੁੜੀ ਘੜਾ ਜਾਂ ਢੋਲਕੀ ਲੈ ਕੇ ਬਹਿ ਜਾਂਦੀ ਹੈ। ਢੋਲਕੀ ਵੱਜਦੀ ਹੈ ਤੇ ਇੱਕ ਕੁੜੀ ਬਾਂਹ ਉਲਾਰ ਕੇ ਬੋਲੀ ਪਾਉਂਦੀ ਹੋਈ ਦਾਇਰੇ ਵਿੱਚ ਚਾਰੇ ਪਾਸੇ ਘੁੰਮਦੀ ਹੈ। ਜਦੋਂ ਬੋਲੀ ਦਾ ਆਖਰੀ ਟੱਪਾ ਬੋਲਦੀ ਹੈ ਤਾਂ ਪਿੜ ਵਿੱਚ ਖਲੋਤੀਆਂ ਕੁੜੀਆਂ ਉਸ ਦੇ ਟੱਪੇ ਦੇ ਬੋਲਾਂ ਨੂੰ ਚੁੱਕਦੀਆਂ ਹਨ, ਭਾਵ ਉਹ ਉਹਨਾਂ ਨਾਲ ਉੱਚੀ ਉੱਚੀ ਗਾਉਣ ਲੱਗਦੀਆਂ ਹਨ ਤੇ ਨਾਲ ਹੀ ਤਾੜੀਆਂ ਮਾਰ ਕੇ ਤਾਲ ਦਿੰਦੀਆਂ ਹਨ। ਇਸ ਸਮੇਂ ਦਾਇਰੇ ਵਿੱਚੋਂ ਨਿਕਲ ਕੇ ਦੋ ਕੁੜੀਆਂ ਪਿੜ ਵਿੱਚ ਆ ਕੇ ਨੱਚਣ ਲੱਗ ਜਾਂਦੀਆਂ ਹਨ। ਇਹ ਨਾਚ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਬੋਲੀ ਦਾ ਆਖਰੀ ਟੱਪਾ ਕੁੜੀਆਂ ਰਲ ਕੇ ਗਾਉਂਦੀਆਂ ਹਨ। ਨੱਚਣ ਵਾਲੀਆਂ ਕੁੜੀਆਂ ਦੇ ਪੈਰਾਂ ਵਿੱਚ ਝਾਂਜਰਾਂ ਪਾਈਆਂ ਹੁੰਦੀਆਂ ਹਨ। ਝਾਂਜਰਾਂ ਦੀ ਛਣਕਾਰ, ਪੈਰਾਂ ਦੀ ਧਮਕ
ਅਤੇ ਢੋਲਕੀ ਦੀ ਤਾਲ ਉੱਤੇ ਵੱਜਦੀ ਤਾੜੀ ਇੱਕ ਅਨੂਠਾ ਹੀ ਸਮਾਂ ਬੰਨ੍ਹਦੀ ਹੈ। ਜਦੋਂ ਤੱਕ ਕੁੜੀਆਂ ਬੋਲੀ ਚੁੱਕੀ ਰੱਖਦੀਆਂ ਹਨ, ਮੁਟਿਆਰਾਂ ਨੱਚਦੀਆਂ ਰਹਿੰਦੀਆਂ ਹਨ। ਪਿੜ ਦੇ ਬੋਲੀ ਛੱਡਣ 'ਤੇ ਕੁੜੀਆਂ ਨੱਚਣਾ ਬੰਦ ਕਰਕੇ ਉਹਨਾਂ ਨਾਲ ਆ ਕੇ ਖਲੋ ਜਾਂਦੀਆਂ ਹਨ, ਰਲਦੀਆਂ ਹਨ। ਮੁੜ ਨਵੀਂ ਬੋਲੀ ਪਾਈ ਜਾਂਦੀ ਹੈ। ਬੋਲੀ ਚੁੱਕੀ ਜਾਂਦੀ ਹੈ ਤੇ ਗਿੱਧਾ ਮਘਦਾ ਰਹਿੰਦਾ ਹੈ। ਗਿੱਧਾ ਕੇਵਲ ਮੁਟਿਆਰਾਂ ਹੀ ਨਹੀਂ ਪਾਉਂਦੀਆਂ, ਗੱਭਰੂ ਵੀ ਪਾਉਂਦੇ ਹਨ। ਪਰ ਇਸ ਗਿੱਧੇ ਦਾ ਰੰਗ ਮੁਟਿਆਰਾਂ ਦੇ ਗਿੱਧੇ ਵਰਗਾ ਨਹੀਂ ਹੁੰਦਾ। ਗਿੱਧਾ ਪਾਉਣ ਦਾ ਢੰਗ ਤਾਂ ਹੈ ਮੁਟਿਆਰਾਂ ਵਾਲਾ, ਪਰੰਤੂ ਮੁਟਿਆਰਾਂ ਵਾਲੇ ਨਾਚ ਦੀ ਲਚਕ ਮਰਦਾਂ ਵਿੱਚ ਨਹੀਂ ਹੁੰਦੀ। ਉਹਨਾਂ ਦਾ ਵਧੇਰੇ ਜ਼ੋਰ ਬੋਲੀਆਂ ਉੱਤੇ ਹੀ ਹੁੰਦਾ ਹੈ। ਜਦ ਗਿੱਧੇ ਦਾ ਪਿੜ ਮਘਦਾ ਹੈ ਤਾਂ ਇਸ ਵਿੱਚ ਲੰਮੀਆਂ ਤੇ ਇੱਕੋ ਲੜੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਲੰਮੀ ਬੋਲੀ ਇੱਕ ਜਣਾ ਪਾਉਂਦਾ ਹੈ ਤੇ ਦੂਜਾ ਗਿੱਧੇ ਦੀ ਤਾਲ ਵਿੱਚ ਬੋਲੀ ਦੇ ਅੰਤਰੇ ਉਹਨੂੰ ਚੁੱਕਦਾ ਹੈ। ਬੋਲੀਆਂ ਦਾ ਆਰੰਭ ਦੇਵੀ ਦੇਵਤਿਆਂ ਨੂੰ ਧਿਆ ਕੇ ਕੀਤਾ ਜਾਂਦਾ ਹੈ। ਪਿਆਰੇ ਬੱਚਿਓ, ਅਗਰ ਆਪਾਂ ਬੋਲੀਆਂ ਨੂੰ ਪੜ੍ਹਾਂਗੇ ਤਾਂ ਬੋਲੀਆਂ ਨੂੰ ਉਹਨਾਂ ਦਾ ਬਣਦਾ ਸਥਾਨ ਬਿਲਕੁਲ ਨਹੀਂ ਮਿਲੂਗਾ। ਇਸ ਕਰਕੇ ਆਪਾਂ ਬੋਲੀਆਂ ਗਾ ਕੇ ਬੋਲਾਂਗੇ। ਸੋ ਆਪਾਂ ਪਹਿਲੀ ਬੋਲੀ ਆਪਣੇ ਪਾਠ ਪੁਸਤਕ ਦੇ ਵਿੱਚ ਹੈ, ਉਹਨੂੰ ਆਪਾਂ ਗਾਉਂਦੇ ਹਾਂ। ਗੁਰੂ ਧਿਆ ਕੇ ਪਾਵਾਂ ਬੋਲੀ, ਸਭ ਨੂੰ ਫਤਿਹ ਬੁਲਾਵਾਂ, ਬਈ ਬੇਸ਼ੱਕ ਮੈਨੂੰ ਮਾੜਾ ਆਖੋ, ਬੇਸ਼ੱਕ ਮੈਨੂੰ ਮਾੜਾ ਆਖੋ, ਮੈਂ ਮਿੱਠੇ ਬੋਲ ਸੁਣਾਵਾਂ, ਭਾਈ ਵਾਲੀ ਮੈਨੂੰ ਲੱਗੇ ਪਿਆਰੀ, ਭਾਈ ਵਾਲੀ ਮੈਨੂੰ ਲੱਗੇ ਪਿਆਰੀ, ਰੋਜ਼ ਗਿੱਧੇ ਵਿੱਚ ਆਵਾਂ, ਗੁਰਦਿਆਂ ਸ਼ੇਰਾਂ ਦਾ ਵੱਧ ਕੇ ਜਸ ਗਾਵਾਂ, ਗੁਰਦਿਆਂ ਸ਼ੇਰਾਂ ਦਾ, ਮੈਂ ਵੱਧ ਕੇ ਜਸ ਗਾਵਾਂ, ਗੁਰਦਿਆਂ ਸ਼ੇਰਾਂ ਦਾ। ਕੁੜੀਆਂ ਧੀਆਂ ਦਾ ਗਿੱਧਾ ਪਾਉਂਦੀਆਂ ਹੋਈਆਂ ਆਪਣੇ ਪਿੰਡ ਦੇ ਪਿੱਪਲਾਂ ਬਰੋਟਿਆਂ ਨੂੰ ਯਾਦ ਕਰਦੀਆਂ ਹੋਈਆਂ ਬੋਲੀਆਂ ਪਾਉਂਦੀਆਂ ਹਨ, ਕਿਉਂਕਿ ਉਹਨਾਂ ਨਾਲ ਉਹਨਾਂ ਦਾ ਬਹੁਤ ਮੋਹ ਹੁੰਦਾ ਹੈ। ਪਿੱਪਲਾ ਵੇ ਮੇਰੇ ਪਿੰਡ ਦਿਆ, ਤੇਰੀਆਂ ਠੰਡੀਆਂ ਛਾਵਾਂ, ਬਈ ਟਾਬ ਤੇਰੀ ਦਾ ਗੰਦਲਾ ਪਾਣੀ, ਟਾਬ ਤੇਰੀ ਦਾ ਗੰਦਲਾ ਪਾਣੀ, ਉੱਤੋਂ ਬੂਰ ਹਟਾਵਾਂ, ਬਈ ਸਭੇ ਸਹੇਲੀਆਂ ਸਹੁਰੇ ਗਈਆਂ, ਸਭੇ ਸਹੇਲੀਆਂ ਸਹੁਰੇ ਗਈਆਂ, ਕਿਸ ਨੂੰ ਹਾਲ ਸੁਣਾਵਾਂ, ਚਿੱਠੀਆਂ ਬਰੰਗ ਭੇਜਦਾ, ਕਿਹੜੀ ਸੋਹਣੀ ਲਵਾ ਲਿਆ ਨਾਵਾਂ, ਚਿੱਠੀਆਂ ਬਰੰਗ ਭੇਜਦਾ, ਕਿਹੜੀ ਸੋਹਣੀ ਲਵਾ ਲਿਆ ਨਾਵਾਂ, ਚਿੱਠੀਆਂ ਬਰੰਗ ਭੇਜਦਾ। ਬੋਲੀ ਵਿੱਚੋਂ ਹੀ ਬੋਲੀ ਜਨਮਦੀ ਹੈ। ਥੜਿਆਂ ਬਾਜ ਨਾ ਪਿੱਪਲ ਸੌਂਦੇ, ਫੁੱਲਾਂ ਬਾਜ ਫਲਾਈਆਂ, ਵੀ ਹੰਸਾਂ ਨਾਲ ਹਮੇਲਾਂ ਸੌਂਦੀਆਂ, ਹੰਸਾਂ ਨਾਲ ਹਮੇਲਾਂ ਸੌਂਦੀਆਂ, ਬੰਦਾਂ ਨਾਲ ਗਰਜਾਈਆਂ, ਵੀ ਧੰਨ ਭਾਗ ਮੇਰੇ ਆਖੇ ਪਿੱਪਲ, ਧੰਨ ਭਾਗ ਮੇਰੇ ਆਖੇ ਪਿੱਪਲ, ਕੁੜੀਆਂ ਨੇ ਪੀਂਘਾਂ ਪਾਈਆਂ, ਸੌਣ ਵਿੱਚ ਕੁੜੀਆਂ ਨੇ ਪੀਂਘਾਂ ਸਮਾਨ ਚੜਾਈਆਂ, ਸੌਣ ਵਿੱਚ ਕੁੜੀਆਂ ਨੇ ਪੀਂਘਾਂ ਸਮਾਨ ਚੜਾਈਆਂ, ਸੌਣ ਵਿੱਚ ਕੁੜੀਆਂ ਨੇ। ਜਦੋਂ ਮਹਿੰਦੀ ਰੰਗੇ ਹੱਥ ਹਰਕਤ ਵਿੱਚ ਆਉਂਦੇ ਹਨ ਤਾਂ ਗਿੱਧਾ ਮੱਚ ਉੱਠਦਾ ਹੈ ਤੇ ਮਹਿੰਦੀ ਬਾਰੇ ਕੋਈ ਮੁਟਿਆਰ ਬੋਲੀ ਪਾਉਂਦੀ ਹੈ। ਮਹਿੰਦੀ ਮਹਿੰਦੀ ਸਭ ਜੱਗ ਕਹਿੰਦਾ, ਮੈਂ ਵੀ ਆਖਦੇ ਆ ਮਹਿੰਦੀ, ਬਈ ਬਾਗਾਂ ਦੇ ਵਿੱਚ ਸਸਤੀ ਵਿਕਦੀ, ਬਾਗਾਂ ਦੇ ਵਿੱਚ ਸਸਤੀ ਵਿਕਦੀ, ਵਿੱਚ ਹੱਟੀਆਂ ਦੇ ਮਹਿੰਗੀ, ਮਹਿੰਦੀ ਸ਼ਗਨਾਂ ਦੀ, ਧੋਤਿਆਂ ਆਵਾਜ਼ ਨਾ ਲੈਂਦੀ, ਮਹਿੰਦੀ ਸ਼ਗਨਾਂ ਦੀ, ਧੋਤਿਆਂ ਕਦੀ ਨਾ ਲੈਂਦੀ, ਮਹਿੰਦੀ ਸ਼ਗਨਾਂ ਦੀ। ਸੋ ਬੱਚਿਓ, ਇਲਾਕੇ ਦੇ ਹਿਸਾਬ ਨਾਲ ਬੋਲੀਆਂ ਦੇ ਵਿੱਚ ਸ਼ਬਦਾਂ ਦਾ ਥੋੜ੍ਹਾ ਥੋੜ੍ਹਾ ਬਦਲਾਅ ਜਿਹੜਾ ਆ ਜਾਂਦਾ ਹੈ। ਉਪਰੋਕਤ ਕਿਸਮ ਦੀਆਂ ਬੋਲੀਆਂ ਪੰਜਾਬ ਦੇ ਪਿੰਡਾਂ ਵਿੱਚ ਆਮ ਪ੍ਰਚਲਿਤ ਹਨ, ਜਿਨ੍ਹਾਂ ਵਿੱਚ ਪੰਜਾਬੀ ਜੀਵਨ ਦੇ ਵੱਖ-ਵੱਖ ਵਿਸ਼ਿਆਂ ਦਾ ਵਰਣਨ ਕੀਤਾ ਹੁੰਦਾ ਹੈ। ਇਹਨਾਂ ਲੰਮੀਆਂ ਬੋਲੀਆਂ ਤੋਂ ਇਲਾਵਾ ਇੱਕ ਲੜੀਆਂ ਵੀ ਬੋਲੀਆਂ ਬੋਲੀਆਂ ਜਾਂਦੀਆਂ ਹਨ, ਜੋ ਕਿ ਗਿੱਧੇ ਦਾ ਸ਼ਿੰਗਾਰ ਬਣਦੀਆਂ ਹਨ। ਬਾਬਲ ਧੀ, ਮਾਵਾਂ ਧੀਆਂ, ਭੈਣ ਭਰਾ, ਸੱਸ ਸਹੁਰਾ, ਜੇਠ ਜਠਾਣੀ, ਨਣਦ ਭਰਜਾਈ, ਦਿਓਰ ਦਰਾਣੀ ਅਤੇ ਹੋਰ ਪਰਿਵਾਰਿਕ ਰਿਸ਼ਤਿਆਂ ਦਾ ਵਰਣਨ ਇਹਨਾਂ ਵਿੱਚ ਆਉਂਦਾ ਹੈ।
ਲੋਹੜੀ ਦੇ ਅਵਸਰ ਤੇ ਆਮ ਕਰਕੇ ਵੀਰ ਦੇ ਮੋਹ ਦਾ ਪ੍ਰਗਟਾ ਕਰਨ ਵਾਲੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ, ਜਿਵੇਂ ਕਿ ਇੱਕ ਵੀਰ ਦਈ ਵੇ ਰੱਬਾ, ਸੌ ਖਾਣ ਨੂੰ ਬੜਾਈ ਚਿੱਤ ਕਰਦਾ, ਇੱਕ ਵੀਰ ਦਈ ਵੇ ਰੱਬਾ। ਇਸ ਤਰ੍ਹਾਂ ਦੇ ਗੀਤਾਂ ਨਾਲ ਉਹ ਗਿੱਧੇ ਦਾ ਰੰਗ ਬੰਨ੍ਹਦੀਆਂ ਹਨ। ਬੱਚਿਓ, ਇਸ ਤਰ੍ਹਾਂ ਬਹੁਤ ਸਾਰੇ ਗੀਤ, ਬਹੁਤ ਸਾਰੀਆਂ ਬੋਲੀਆਂ ਹਨ ਜੋ ਭੈਣਾਂ ਆਪਣੇ ਭਰਾਵਾਂ ਲਈ ਗਾਉਂਦੀਆਂ ਹਨ, ਜਿਵੇਂ ਕਿ ਵੀਰ ਵੇ ਬਲਾ ਸੋਹਣਿਆ, ਤੈਨੂੰ ਦੇਖ ਕੇ ਭੁੱਖੀ ਰੱਜ ਜਾਵਾਂ। ਉਪਰੋਕਤ ਵੰਨਗੀ ਦੀਆਂ ਬੋਲੀਆਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਾਂਗ ਤੇ ਰੰਗ ਤਮਾਸ਼ੇ ਗਿੱਧੇ ਦਾ ਸ਼ਿੰਗਾਰ ਬਣਦੇ ਹਨ। ਕੁੜੀਆਂ ਆਪਣੀ ਪ੍ਰਤਿਭਾ ਅਨੁਸਾਰ ਨੱਚ ਕੇ ਅਤੇ ਲੰਮੇ ਗੀਤ ਗਾ ਕੇ ਗਿੱਧੇ ਦਾ ਰੰਗ ਬੰਨ੍ਹਦੀਆਂ ਹਨ। ਮਨੋਰੰਜਨ ਦੇ ਸਾਧਨ ਤਬਦੀਲ ਹੋਣ ਕਾਰਨ ਅੱਜ ਕੱਲ੍ਹ ਗਿੱਧਾ ਪਾਉਣ ਦੀ ਪਰੰਪਰਾ ਵੀ ਮੱਧਮ ਪੈ ਰਹੀ ਹੈ। ਇਸ ਨੂੰ ਸੁਰਜੀਤ ਰੱਖਣ ਦੀ ਬਹੁਤ ਲੋੜ ਹੈ। ਬੱਚਿਓ, ਪਾਠ ਤਾਂ ਤੁਸੀਂ ਖੂਬ ਧਿਆਨ ਲਾ ਕੇ ਸੁਣਿਆ। ਚਲੋ ਫਿਰ ਆਪਾਂ ਪਰਖਦੇ ਹਾਂ ਕਿ ਤੁਸੀਂ ਪਾਠ ਜਿਹੜਾ ਸੁਣਿਆ ਹੈ ਇਹ ਧਿਆਨ ਨਾਲ ਸੁਣਿਆ ਹੈ ਜਾਂ ਨਹੀਂ ਸੁਣਿਆ। ਚਲੋ ਫਿਰ ਮੈਂ ਤੁਹਾਡੇ ਤੋਂ ਕੁਝ ਪ੍ਰਸ਼ਨ ਪੁੱਛਾਂਗੀ। ਅਗਰ ਤੁਹਾਨੂੰ ਪ੍ਰਸ਼ਨ ਨਾ ਆਏ ਤਾਂ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਨੇ ਜਿਹੜੇ ਮੈਂ ਤੁਹਾਨੂੰ ਦੇਵਾਂਗੀ। ਲੋਕ ਨਾਚ ਕਿਸ ਨੂੰ ਆਖਦੇ ਹਨ? ਤੇ ਸਾਰੇ ਬੱਚੇ ਸੋਚਣਗੇ, ਇਸ ਨੂੰ ਸੋਚ ਲਿਆ ਹੋਏਗਾ ਤੇ ਮੈਨੂੰ ਪਤਾ ਹੈ ਕਿ ਤੁਹਾਡੇ ਮਨਾਂ ਦੇ ਵਿੱਚ ਉਹ ਸਭ ਤੋਂ ਪਹਿਲਾਂ ਜੋ ਸ਼ੁਰੂ ਦੇ ਵਿੱਚ ਆਪਾਂ ਇੱਕ ਗੱਲ ਕੀਤੀ ਸੀ ਉਹ ਆ ਗਈ ਹੋਏਗੀ ਕਿ ਲੋਕ ਨਾਚ ਉਹ ਨਾਚ ਹੁੰਦੇ ਹਨ ਜੋ ਇੱਕ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਨੇ, ਜਿਨ੍ਹਾਂ ਨੂੰ ਸਿਖਾਉਣ ਵਾਸਤੇ ਕੋਈ ਸਪੈਸ਼ਲ, ਕੋਈ ਵਿਸ਼ੇਸ਼ ਸਿਖਲਾਈ ਦੀ ਜ਼ਰੂਰਤ ਨਹੀਂ ਹੁੰਦੀ ਹੈ। ਉਹ ਆਪ ਮੁਹਾਰੇ ਹੀ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲਦੇ ਹਨ, ਜੋ ਸਾਰੇ ਲੋਕਾਂ ਦੇ ਸਾਂਝੇ ਲੋਕ ਨਾਚ ਹੁੰਦੇ ਹਨ। ਬੱਚੇ ਉਹ ਸਿੱਖਦੇ ਨੇ, ਦੇਖਦੇ ਨੇ ਉਸ ਨੂੰ। ਆਪਾਂ ਵੱਡਿਆਂ ਨੂੰ ਦੇਖਦੇ ਹਾਂ, ਵੱਡਿਆਂ ਨੇ ਆਪਣੇ ਵਡੇਰਿਆਂ ਨੂੰ ਦੇਖਿਆ ਹੁੰਦਾ ਹੈ ਅਤੇ ਆਪਾਂ ਨੂੰ ਆਪਣੇ ਛੋਟੇ ਬੱਚੇ ਦੇਖਦੇ ਨੇ, ਦੇਖ ਦੇਖ ਕੇ ਉਹ ਸਿੱਖ ਲੈਂਦੇ ਨੇ। ਇਸ ਤਰ੍ਹਾਂ ਹੀ ਅੱਗੇ ਤੋਂ ਅੱਗੇ ਪੀੜ੍ਹੀ ਦਰ ਪੀੜ੍ਹੀ ਇਹ ਚੱਲਦੇ ਨੇ। ਚਲੋ ਫਿਰ ਪ੍ਰਸ਼ਨ ਨੰਬਰ ਐੜਾ, ਪੰਜਾਬ ਦੇ ਲੋਕ ਨਾਚ ਕਿਹੜੇ ਕਿਹੜੇ ਹਨ? ਬੱਚੋ, ਬੜਾ ਸੌਖਾ ਪ੍ਰਸ਼ਨ ਹੈ ਇਹ। ਆਪਾਂ ਨੂੰ ਪਤਾ ਹੈ, ਆਪਾਂ ਸ਼ੁਰੂ ਦੇ ਵਿੱਚ ਇੱਕ ਪੜ੍ਹਿਆ ਸੀ ਕਿ ਪੰਜਾਬ ਦੇ ਲੋਕ ਨਾਚ ਕਿਹੜੇ ਕਿਹੜੇ ਨੇ। ਯਾਦ ਕਰੋ। ਸੋ ਪੰਜਾਬ ਦੇ ਲੋਕ ਨਾਚ ਨੇ ਜਿਹੜੇ ਗਿੱਧਾ, ਭੰਗੜਾ, ਝੂਮਰ, ਲੁੱਡੀ, ਧਮਾਲ, ਸੰਮੀ ਅਤੇ ਕਿੱਕਲੀ ਆਦਿ। ਇਸ ਤੋਂ ਇਲਾਵਾ ਵੀ ਹੋਰ ਹੈਗੇ ਨੇ। ਇਹ ਪੰਜਾਬ ਦੇ ਲੋਕ ਨਾਚ ਨੇ। ਮੈਨੂੰ ਪਤਾ ਤੁਹਾਨੂੰ ਇਹ ਯਾਦ ਆ ਗਿਆ ਸੀ। ਚਲੋ ਫਿਰ ਆਪਾਂ ਹੁਣ ਅਗਲਾ ਪੁੱਛਦੇ ਹਾਂ ਤੁਹਾਡੇ ਤੋਂ, ਗਿੱਧਾ ਕਦੋਂ ਪਾਇਆ ਜਾਂਦਾ ਹੈ? ਦੱਸੋ ਬੱਚਿਓ, ਗਿੱਧਾ ਕਦੋਂ ਪਾਇਆ ਜਾਂਦਾ ਹੈ? ਗਿੱਧਾ ਪਾਉਣ ਲਈ ਜਦੋਂ ਆਪਾਂ ਖੁਸ਼ ਹੁੰਦੇ ਹਾਂ, ਕੋਈ ਖਾਸ ਤਰੀਕ ਦਿਨ ਨਹੀਂ ਹੁੰਦਾ, ਇਸ ਲਈ ਦਿਨ ਖਾਸ ਉਦੋਂ ਬਣ ਜਾਂਦਾ ਜਦੋਂ ਆਪਾਂ ਉਸ ਨੂੰ ਬਣਾਉਂਦੇ ਹਾਂ, ਜਾਂ ਕੋਈ ਖੁਸ਼ੀ ਦਾ ਮੌਕਾ ਹੁੰਦਾ ਏ ਤਾਂ ਆਪਣੇ ਕਦਮ ਨੇ ਜਿਹੜੇ ਖੁਦ ਬ ਖੁਦ ਉਹ ਲਹਿਰਾ ਉੱਠਦੇ ਨੇ, ਝੂਮ ਉੱਠਦੇ ਨੇ। ਜਦੋਂ ਖੁਸ਼ੀਆਂ ਹੁੰਦੀਆਂ ਨੇ, ਵਿਆਹ ਸ਼ਾਦੀ ਦੇ ਉੱਪਰ, ਕਿਸੇ ਦੇ ਜਨਮ 'ਤੇ, ਕੋਈ ਹੋਰ ਖੁਸ਼ੀ ਦੇ ਮੌਕੇ 'ਤੇ, ਜਾਂ ਤੀਆਂ ਦੇ ਵੇਲੇ ਕੁੜੀਆਂ ਗਿੱਧਾ ਪਾਉਂਦੀਆਂ ਨੇ, ਜਾਂ ਤ੍ਰਿੰਝਣਾਂ ਹੁੰਦੀਆਂ ਨੇ, ਜਦੋਂ ਕੁੜੀਆਂ ਇਕੱਠੀਆਂ ਹੁੰਦੀਆਂ ਨੇ ਉਦੋਂ ਵੀ ਪਾ ਸਕਦਾ। ਗਿੱਧੇ ਲਈ ਮੌਕੇ ਆਪਾਂ ਖੁਦ ਸਿਰਜਦੇ ਹਾਂ, ਠੀਕ ਹੈ। ਕੋਈ ਗਿੱਧਾ ਕੋਈ ਖਾਸ ਇਹ ਨਹੀਂ ਹੈਗਾ ਵੀ ਅੱਜ ਗਿੱਧੇ ਦਾ ਦਿਨ ਹੈ ਉਦੋਂ ਹੀ ਪਾਇਆ ਜਾਊ। ਜਦੋਂ ਵੀ ਖੁਸ਼ੀ ਹੁੰਦੀ ਹੈ ਉਦੋਂ ਗਿੱਧਾ ਪਾਇਆ ਜਾ ਸਕਦਾ ਹੈ। ਸੋ ਬੱਚਿਓ, ਚਲੋ ਅਗਲਾ ਮੈਂ ਤੁਹਾਡੇ ਤੋਂ ਪੁੱਛਦੀ ਹਾਂ, ਮੁਟਿਆਰਾਂ ਗਿੱਧਾ ਕਿਵੇਂ ਪਾਉਂਦੀਆਂ ਹਨ? ਇਹ ਤਾਂ ਬੜਾ ਹੀ ਸੌਖਾ, ਇਹ ਤਾਂ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ, ਮੁਟਿਆਰਾਂ ਗਿੱਧਾ ਕਿਸ ਤਰ੍ਹਾਂ ਪਾਉਂਦੀਆਂ ਨੇ। ਬੱਚਿਓ, ਇਹਨਾਂ ਪ੍ਰਸ਼ਨਾਂ ਦੇ ਵਿੱਚ ਕੋਸ਼ਿਸ਼ ਕਰਨੀ ਆਪਾਂ ਵੀ ਆਪਣੇ ਵੱਲੋਂ ਆਪਾਂ ਉੱਤਰ ਦਈਏ। ਇਹਨਾਂ ਦੇ ਵਿੱਚ ਕੋਈ ਡਰਨ ਦੀ ਲੋੜ ਨਹੀਂ ਹੁੰਦੀ, ਘਬਰਾਉਣ ਦੀ ਨਹੀਂ ਲੋੜ ਹੁੰਦੀ। ਪੰਜਾਬੀ ਇੱਕ ਵਿਸ਼ਾ, ਇੱਕ ਇਹੋ ਜਿਹਾ ਵਿਸ਼ਾ ਜਿਹਦੇ ਵਿੱਚ ਆਪਾਂ ਵਿਚਾਰ ਸਾਂਝੇ ਕਰਨੇ ਹੁੰਦੇ ਨੇ ਆਪਣੇ। ਸੋ ਵਿਚਾਰ ਆਪਾਂ ਦੇਖਣਾ, ਆਪਾਂ ਦੇਖਦੇ ਹਾਂ ਵੀ ਗਿੱਧਾ ਕਿੱਦਾਂ ਪਾਉਂਦੀਆਂ ਨੇ ਕੁੜੀਆਂ। ਇੱਕ ਗੋਲ ਦਾਇਰੇ ਦੇ ਵਿੱਚ ਖੜ੍ਹ ਜਾਂਦੀਆਂ ਨੇ, ਗੋਲ ਚੱਕਰ ਦੇ ਵਿੱਚ ਖੜ੍ਹ ਜਾਂਦੀਆਂ ਨੇ। ਦੋ ਕੁੜੀਆਂ ਬੋਲੀ ਪਾਉਂਦੀਆਂ ਨੇ, ਦੋ ਹੋ ਸਕਦੀਆਂ ਨੇ, ਜ਼ਿਆਦਾ ਹੋ ਸਕਦੀਆਂ ਨੇ। ਉਸ ਤੋਂ ਇਲਾਵਾ ਜਦੋਂ ਬੋਲੀ ਪਾਉਂਦੀਆਂ ਨੇ, ਜੋ ਅਖੀਰਲੀਆਂ ਉਹਨਾਂ ਦੀਆਂ ਸਤਰਾਂ ਹੁੰਦੀਆਂ ਨੇ ਉਹਨਾਂ ਨੂੰ ਚੁੱਕਿਆ ਜਾਂਦਾ। ਉਹ ਕਿਸ ਤਰ੍ਹਾਂ ਚੁੱਕਿਆ ਜਾਂਦਾ? ਦੂਜੀਆਂ ਕੁੜੀਆਂ ਨੇ ਜਿਹੜੀਆਂ ਉਹ ਤਾੜੀ ਮਾਰਦੀਆਂ ਨੇ ਅਤੇ ਉਹਨੂੰ ਗਾਉਂਦੀਆਂ ਨੇ। ਬਾਕੀ ਬੋਲੀ ਕੁੜੀਆਂ ਦੋ ਨੇ, ਜੋ ਚਾਰ ਨੇ, ਆਪਣੇ ਆਪ ਆ ਜਾਂਦੀਆਂ ਨੇ। ਫਿਰ ਅਖੀਰਲੀਆਂ ਸਤਰਾਂ ਨੇ ਜੋ ਉਹ ਦੂਸਰੀਆਂ ਕੁੜੀਆਂ ਉੱਚੀ ਬੋਲ ਕੇ, ਗਾ ਕੇ, ਤਾੜੀਆਂ ਮਾਰ ਕੇ, ਤਾਲ ਦੇ ਨਾਲ ਉਹਨੂੰ ਚੁੱਕਦੀਆਂ ਨੇ। ਫਿਰ ਪਿੜ ਦੇ ਵਿੱਚ ਜਿਹੜੀਆਂ ਕੁੜੀਆਂ ਬੋਲੀ ਪਾਉਂਦੀਆਂ ਨੇ ਉਹ ਨੱਚਦੀਆਂ ਨੇ। ਨੱਚ ਕੇ ਫਿਰ ਉਹ ਆਪਣੀ ਜਗ੍ਹਾ 'ਤੇ ਥਾਂ 'ਤੇ ਚਲੀਆਂ ਜਾਂਦੀਆਂ ਨੇ ਗੋਲ ਚੱਕਰ ਦੇ ਵਿੱਚ। ਫਿਰ ਦੂਸਰੀਆਂ ਕੁੜੀਆਂ ਅਗਲੀਆਂ ਆਉਂਦੀਆਂ ਨੇ ਬੋਲੀ ਪਾਉਣ। ਸੋ ਇਸ ਤਰ੍ਹਾਂ ਆਪਾਂ ਦੇਖਿਆ ਵੀ ਗਿੱਧਾ ਪਾਇਆ ਜਾਂਦਾ ਹੈ।
ਮੁਟਿਆਰਾਂ ਦੇ ਗਿੱਧੇ ਅਤੇ ਮਰਦਾਂ ਦੇ ਗਿੱਧੇ ਵਿੱਚ ਕੀ ਅੰਤਰ ਹੈ? ਬੱਚਿਓ, ਗਿੱਧਾ ਸਿਰਫ ਕੁੜੀਆਂ ਦਾ ਨਹੀਂ ਹੁੰਦਾ, ਮੁਟਿਆਰਾਂ ਦਾ ਨਹੀਂ ਹੁੰਦਾ। ਗਿੱਧਾ ਮਰਦਾਂ ਦਾ ਵੀ ਹੁੰਦਾ ਹੈ, ਜਿਸ ਨੂੰ ਮਲਵਈ ਗਿੱਧਾ ਕਿਹਾ ਜਾਂਦਾ ਹੈ। ਇਸ ਗਿੱਧੇ ਦੇ ਵਿੱਚ ਇੱਕ ਬਹੁਤ ਖਾਸ ਫਰਕ ਹੈ, ਉਹ ਇਹ ਹੈ ਕਿ ਕੁੜੀਆਂ ਦੇ ਗਿੱਧੇ ਦੇ ਵਿੱਚ ਤਾੜੀਆਂ ਦੀ ਗੂੰਜ ਬਹੁਤ ਜ਼ਿਆਦਾ ਹੁੰਦੀ ਹੈ। ਮਰਦਾਂ ਦੇ ਜੋ ਗਿੱਧੇ ਦੇ ਵਿੱਚ ਉਹਦੇ ਵਿੱਚ ਕੀ ਹੁੰਦਾ, ਉਸ ਦੇ ਵਿੱਚ ਬੋਲੀਆਂ 'ਤੇ ਬਹੁਤਾ ਜ਼ੋਰ ਦਿੱਤਾ ਜਾਂਦਾ ਹੈ। ਉਹ ਬੋਲੀਆਂ ਬੋਲਦੇ ਨੇ, ਬੋਲੀਆਂ ਬੋਲ ਕੇ ਉਹਨਾਂ ਨੂੰ ਗਾਉਂਦੇ ਨੇ। ਇਹੀ ਉਹਨਾਂ ਦੇ ਵਿੱਚ ਅਤੇ ਕੁੜੀਆਂ ਦੇ ਗਿੱਧੇ ਦੇ ਵਿੱਚ ਫਰਕ ਹੁੰਦਾ ਹੈ। ਮਤਲਬ ਆਪਾਂ ਕਹਿ ਸਕਦੇ ਹਾਂ, ਜਾਂ ਉਂਝ ਅਗਰ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਸਮਝਾਵਾਂ ਕਿ ਗਿੱਧਾ ਕੇਵਲ ਮੁਟਿਆਰਾਂ ਹੀ ਨਹੀਂ ਪਾਉਂਦੀਆਂ, ਗੱਭਰੂ ਵੀ ਪਾਉਂਦੇ ਹਨ। ਪਰ ਇਸ ਵਿੱਚ ਗਿੱਧੇ ਦਾ ਰੰਗ ਮੁਟਿਆਰਾਂ ਦੇ ਗਿੱਧੇ ਵਰਗਾ ਨਹੀਂ ਹੁੰਦਾ। ਗਿੱਧਾ ਪਾਉਣ ਦਾ ਢੰਗ ਤਾਂ ਮੁਟਿਆਰਾਂ ਵਰਗਾ ਹੀ ਹੈ, ਪਰੰਤੂ ਮੁਟਿਆਰਾਂ ਵਾਲੇ ਨਾਚ ਦੀ ਲਚਕ ਹੈ ਜੋ ਉਹ ਮਰਦਾਂ ਵਿੱਚ ਨਹੀਂ ਹੁੰਦੀ। ਉਹਨਾਂ ਦਾ ਵਧੇਰੇ ਜ਼ੋਰ ਬੋਲੀਆਂ ਦੇ ਉੱਪਰ ਹੀ ਹੁੰਦਾ ਹੈ। ਜਿਵੇਂ ਲੜਕੀਆਂ ਨੱਚਦੀਆਂ ਨੇ ਗਿੱਧੇ ਦੇ ਵਿੱਚ ਜ਼ਿਆਦਾ, ਉਹ ਕੀ ਕਰਦੇ ਨੇ, ਸਧਾਰਨ ਬਸ ਬੋਲੀਆਂ ਪਾਉਂਦੇ ਨੇ ਜ਼ਿਆਦਾ। ਸੋ ਬੱਚਿਓ, ਅੱਗੇ ਆ ਗਿਆ, ਆਪਾਂ ਹੁਣ ਦੇਖਿਆ, ਆਪਾਂ ਪੂਰਾ ਪਾਠ ਪੜ੍ਹਿਆ ਅਤੇ ਉਹ ਪਾਠ ਦੇ ਦੌਰਾਨ ਆਪਾਂ ਨੂੰ ਕੁਝ ਇਹੋ ਜਿਹੇ ਸ਼ਬਦ ਸੀ ਜਿਹੜੇ ਨਹੀਂ ਸਮਝ ਆਏ ਆਪਾਂ ਨੂੰ। ਸੋ ਆਪਾਂ ਉਹਨਾਂ ਬਾਰੇ ਦੇਖਦੇ ਹਾਂ। ਆਪਾਂ ਨੂੰ ਬੜੇ ਸਾਰੇ ਸ਼ਬਦ ਸੀ ਜਿਹੜੇ ਆਪਾਂ ਨੂੰ ਨਹੀਂ ਸਮਝ ਆਏ, ਪੜ੍ਹ ਤਾਂ ਲਏ ਪਰ ਆਪਾਂ ਨੂੰ ਔਖੇ ਲੱਗੇ। ਉਹ ਔਖੇ ਸ਼ਬਦਾਂ ਦੇ ਅਰਥ ਤੁਹਾਡੀ ਪਾਠ ਪੁਸਤਕ ਦੇ ਵਿੱਚ ਹਰ ਕਿਸੇ ਪਾਠ ਦੇ ਪਿੱਛੇ ਦਿੱਤੇ ਹੁੰਦੇ ਨੇ, ਤਾਂ ਜੋ ਆਪਾਂ ਨੂੰ ਸੁਖਾਲਾ ਸਮਝ ਆਵੇ। ਇਹਨਾਂ ਦਾ ਫਾਇਦਾ ਇਹ ਵੀ ਹੈ ਕਿ ਆਪਣੇ ਜਿਹੜੇ ਸ਼ਬਦਾਂ ਦੇ ਖਜ਼ਾਨੇ ਨੇ, ਬੱਚੇ ਆਪਾਂ ਦੇਖੋ ਕਈ ਲੋਕ ਐਸੇ ਨੇ ਜਿਹੜੇ ਆਪਾਂ ਨੂੰ ਜਦੋਂ ਬੋਲਦੇ ਨੇ ਨਾ, ਉਹਨਾਂ ਕੋਲ ਬੜੇ ਸ਼ਬਦ ਹੁੰਦੇ ਨੇ, ਬੜੇ ਸੁੰਦਰ ਲੱਗਦੇ ਨੇ ਬੋਲਦੇ। ਇਸ ਤਰ੍ਹਾਂ ਇਹ ਵੀ ਔਖੇ ਸ਼ਬਦਾਂ ਦੇ ਅਰਥ ਨੇ। ਅਗਰ ਆਪਾਂ ਇਹਨਾਂ ਨੂੰ ਵੀ ਸਿੱਖ ਲਈਏ, ਇਹਨਾਂ ਦੇ ਅਰਥ ਵੀ ਦੇਖ ਲਈਏ, ਅਤੇ ਇਹਨਾਂ ਆਪਣੇ ਸ਼ਬਦ ਭੰਡਾਰ ਨੇ ਜਿਹੜੇ, ਉਹਨਾਂ ਦੇ ਖਜ਼ਾਨੇ ਬਹੁਤ ਭਰ ਜਾਂਦੇ ਨੇ। ਅਫਸਰ ਲਿਖਿਆ ਹੋਇਆ ਸੀ, ਹੈ ਨਾ, ਇਹਨੂੰ ਮੌਕਾ ਕਹਿ ਦਿੱਤਾ ਜਾਂਦਾ, ਸਮਾਂ। ਅਤੇ ਗੋਲ ਦਾਇਰਾ, ਜਿਵੇਂ ਆਪਾਂ ਹੁਣ ਦਾਇਰਿਆਂ ਦਾ ਮਤਲਬ ਕੀ ਹੁੰਦਾ, ਗੋਲ ਤਾਂ ਆਪਾਂ ਨੂੰ ਪਤਾ ਹੀ ਹੈ, ਗੋਲ ਕੀ ਹੁੰਦਾ, ਗੋਲ ਹੁੰਦਾ। ਚੱਕਰ, ਘੇਰਾ ਵੀ ਕਹਿ ਦਿੰਦੇ ਆਪਾਂ। ਦੇਖੋ ਖਜ਼ਾਨਾ ਵੱਧ ਗਿਆ ਨਾ ਆਪਣਾ, ਦਾਇਰਾ ਪਤਾ ਲੱਗ ਗਿਆ ਆਪਾਂ ਨੂੰ, ਚੱਕਰ ਪਤਾ ਲੱਗ ਗਿਆ ਅਤੇ ਘੇਰਾ ਪਤਾ ਲੱਗ ਗਿਆ। ਅਨੂਠਾ, ਦੇਖੋ ਬੜਾ ਔਖਾ ਲੱਗਿਆ ਸੀ ਆਪਾਂ ਨੂੰ ਇਹ। ਅਨੂਠਾ ਕੁਛ ਵੀ ਨਹੀਂ ਹੈ, ਇਹ ਕੀ ਹੈ, ਅਨੋਖਾ। ਅਚਰਜ, ਵੀ ਜਿਹੜਾ ਬਹੁਤ ਅਲੱਗ ਹੋਵੇ। ਅੰਤਰਾ ਕੀ ਹੁੰਦਾ ਬੱਚੋ? ਅੰਤਰਾ ਦੱਸੋ ਕਿਸ ਨੂੰ ਕਹਿੰਦੇ ਆਪਾਂ? ਅੰਤਰਾ ਕੀ ਹੁੰਦਾ ਹੈ? ਕਿਸੇ ਗੀਤ ਵਿੱਚ ਟੇਕ ਜਾਂ ਸਥਾਈ ਤੌਰ 'ਤੇ ਛੁੱਟ ਬਾਕੀ ਤੁਕਾਂ। ਕਿਸੇ ਗੀਤ, ਕੋਈ ਵੀ ਗੀਤ ਜਿਹੜਾ ਆਪਾਂ ਗਾਉਂਦੇ ਹਾਂ, ਵਿੱਚ ਜੋ ਟੇਕ ਹੈ ਜਾਂ ਸਥਾਈ ਤੋਂ ਛੁੱਟ ਬਾਕੀ ਤੁਕਾਂ, ਜਿਹੜੀਆਂ ਆਪਾਂ ਤੁਕਾਂ ਬੋਲਦੇ ਹਾਂ, ਹੈ ਨਾ। ਇੱਕ ਤਾਂ ਮਤਲਬ ਜਿਹੜੇ ਆਪਾਂ ਉਂਝ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਸਥਾਈ ਜਿਹੜੀਆਂ ਬਾਰ-ਬਾਰ ਆ ਰਹੀਆਂ ਨੇ, ਉਹਨਾਂ ਤੋਂ ਇਲਾਵਾ ਦੂਸਰੀਆਂ ਤੁਕਾਂ। ਜੇੜ ਕੀ ਹੁੰਦਾ ਬੇਟਾ? ਆਪਾਂ ਕਹਿੰਦੇ ਹਾਂ ਉਹਦਾ ਜੇੜ, ਹੈ ਨਾ। ਜੇੜ ਦਾ ਮਤਲਬ ਹੁੰਦਾ ਜਿੱਡਾ, ਜਿੰਨਾ ਵੱਡਾ। ਬਰੋਟੇ, ਬਰੋਟੇ ਦਰਖਤ ਹੁੰਦੇ ਨੇ, ਜਿਵੇਂ ਬੋਹੜ ਦਾ ਦਰਖਤ। ਅਤੇ ਢਾਬ, ਢਾਬ ਬੇਟਾ ਹਰ ਪਿੰਡ ਦੇ ਵਿੱਚ ਹੁੰਦੀ ਸੀ। ਤਾਂ ਇਹਦਾ ਮਤਲਬ ਕੀ ਹੁੰਦਾ ਵੀ ਕੱਚਾ ਤਲਾਅ, ਟੋਭਾ, ਪਾਣੀ ਦਾ ਭਰਿਆ ਡੂੰਘਾ ਟੋਆ। ਅੱਜ ਵੀ ਹੈ ਪੁੱਤਰ, ਪਰ ਅੱਜ ਆਪਾਂ ਕਹਿ ਦਿੰਦੇ ਹਾਂ ਵੀ ਉਸ ਟੋਭਿਆਂ ਨੂੰ, ਆਪਣੇ ਪਿੰਡ ਦਿਆਂ ਨੂੰ ਪੱਕੇ ਕਰ ਦਿੱਤਾ ਗਿਆ ਹੈ। ਅਤੇ ਢਾਬ ਜੋ ਕੱਚੀਆਂ ਹੁੰਦੀਆਂ ਨੇ, ਪਹਿਲਾਂ ਕੱਚੀਆਂ ਹੁੰਦੀਆਂ ਸੀ ਢਾਬਾਂ, ਜਿਹਦੇ ਵਿੱਚ ਮਤਲਬ ਆਪਾਂ ਕਹਿ ਦਿੰਦੇ ਹਾਂ ਆਪਣੇ ਪਿੰਡ ਦਾ ਜੋ ਨਿਕਾਸ ਦਾ ਪਾਣੀ ਸੀ ਉਹ ਆਉਂਦਾ ਸੀ ਅਤੇ ਇਕੱਠਾ ਹੁੰਦਾ ਸੀ, ਮੱਝਾਂ ਨਵਾਈਆਂ ਜਾਂਦੀਆਂ ਸੀ। ਅੱਜ ਕੱਲ੍ਹ ਟੋਭੇ ਨੇ ਜਿਹੜੇ ਪੱਕੇ ਕੀਤੇ ਜਾ ਚੁੱਕੇ ਨੇ। ਅਤੇ ਟੋਭਾ ਤਾਂ ਆਪਾਂ ਨੂੰ ਪਤਾ ਜਿੱਥੇ ਸਾਰੇ ਪਿੰਡ ਦਾ ਪਾਣੀ ਹੈ ਜੋ ਉਹ ਖੜਦਾ ਹੈ। ਜਾਂ ਅੱਜ ਕੱਲ੍ਹ ਤਾਂ ਇਹ ਵੀ ਚੱਲ ਪਿਆ ਵੀ ਉਹ ਪਾਣੀ ਨੂੰ ਪੂਰਾ ਸਾਫ਼ ਕਰ ਦਿੱਤਾ ਜਾਂਦਾ ਹੈ, ਫਿਰ ਸਾਫ਼ ਪਾਣੀ ਉੱਥੇ ਪਾਇਆ ਜਾਂਦਾ ਹੈ। ਫਿਰ ਬਰੰਗ, ਬਰੰਗ ਕੀ ਹੁੰਦੀਆਂ ਨੇ ਬੱਚਿਓ? ਪਹਿਲਾਂ ਜਿਵੇਂ ਚਿੱਠੀਆਂ ਭੇਜਦੇ ਸੀ ਲੋਕ, ਸੁਨੇਹੇ ਭੇਜਦੇ ਸੀ, ਹੁਣ ਤਾਂ ਫੋਨ 'ਤੇ ਗੱਲ ਕਰ ਲੈਂਦੇ ਨੇ। ਪਹਿਲਾਂ ਸੁਨੇਹੇ ਭੇਜਦੇ ਸੀ ਚਿੱਠੀਆਂ ਦੇ ਰਾਹੀਂ। ਜੋ ਚਿੱਠੀਆਂ ਬਿਨਾਂ ਟਿਕਟ ਜਾਂ ਘੱਟ ਟਿਕਟ ਵਿੱਚ ਲੱਗੀ ਚਿੱਠੀ, ਬਿਨਾਂ ਟਿਕਟ, ਟਿਕਟ ਲਾਉਣੀ ਬਹੁਤ ਜ਼ਰੂਰੀ ਹੁੰਦੀ ਸੀ ਉਸ ਚਿੱਠੀ 'ਤੇ, ਜਾਂ ਘੱਟ ਟਿਕਟ ਲੱਗੀ ਹੋਈ ਚਿੱਠੀ ਜਿਹੜੀ ਕਿ ਬਹੁਤ ਅੱਗੇ ਪਹੁੰਚਦੀ ਸੀ। ਅੱਗੇ ਆ ਗਿਆ ਬਲਾ, ਬਹੁਤ ਗਜ਼ਬ ਦਾ। ਪ੍ਰਤਿਭਾ ਕੀ ਹੁੰਦਾ ਬੇਟਾ? ਕੁਦਰਤੀ ਯੋਗਤਾ, ਸੂਖਮ ਬੁੱਧੀ। ਬਹੁਤ ਮਤਲਬ ਕੁਦਰਤੀ ਯੋਗਤਾ, ਜਿਵੇਂ ਕਈ ਬੱਚਿਆਂ ਦੇ ਵਿੱਚ ਕੋਈ ਵਧੀਆ ਪੇਂਟਿੰਗ ਕਰ ਲੈਂਦਾ ਬੱਚਾ, ਕੋਈ ਵਧੀਆ ਗਾ ਲੈਂਦਾ। ਕੁਦਰਤੀ ਜੋ ਆਪਾਂ ਨੂੰ ਸ਼ੁਰੂ ਤੋਂ ਹੀ ਆਪਣੀ ਪ੍ਰਤਿਭਾ ਬਣੀ ਹੋਈ ਹੈ, ਇੱਕ ਸ਼ੁਰੂ ਤੋਂ ਆਪਾਂ ਨੂੰ ਇੱਕ ਯੋਗਤਾ ਮਿਲੀ ਹੋਈ ਹੈ। ਸੂਖਮ ਬੁੱਧੀ ਵੀ ਕਹਿ ਦਿੱਤਾ ਜਾਂਦਾ ਇਸ ਨੂੰ, ਆਪਣੇ ਵਿੱਚ ਜੋ ਹਰ ਕਿਸੇ ਦੇ ਵਿੱਚ ਇੱਕ ਪਰਸਨੈਲਿਟੀ ਹੁੰਦੀ ਹੈ। ਸੁਰਜੀਤ, ਜਿਉਂਦਾ, ਜ਼ਿੰਦਾ, ਹਰਿਆ ਭਰਿਆ, ਤਾਜ਼ਾ ਦਮ। ਬੱਚਿਓ ਪ੍ਰਸ਼ਨ ਉੱਤਰ
ਅਤੇ ਔਖੇ ਸ਼ਬਦਾਂ ਦੇ ਅਰਥਾਂ ਤੋਂ ਬਿਨਾਂ ਵਾਕਾਂ ਵਿੱਚ ਵਰਤੋਂ ਵੀ ਆਪਾਂ ਆਪਣੇ ਆਪ ਨੂੰ ਪਰਿਪੱਕ ਕਰਨ ਲਈ ਕਰਨੇ ਹੁੰਦੇ ਹਨ, ਤਾਂ ਜੋ ਇਹ ਪੂਰੀ ਤਰ੍ਹਾਂ ਇਹ ਪਾਠ, ਇਹ ਜਾਣਕਾਰੀ ਆਪਣੇ ਖੂਨ ਦੇ ਵਿੱਚ ਰਚ ਮਿਚ ਜਾਵੇ। ਸੋ ਪਹਿਲਾ ਵਾਕ ਕੀ ਹੁੰਦੇ ਨੇ, ਆਪਣੇ ਸ਼ਬਦਿਕ ਤਾਂ ਹੁੰਦੇ ਨੇ ਛੋਟੇ ਛੋਟੇ, ਜਿਵੇਂ ਗਿੱਧਾ। ਵਾਕ ਜਦੋਂ ਆਪਾਂ ਆਪਣੀ ਪੂਰੀ ਗੱਲ ਕਹਿ ਦਿੰਦੇ, ਇੱਕ ਸ਼ਬਦ ਦਿੱਤਾ ਜਾਂਦਾ ਤੁਹਾਨੂੰ ਅਤੇ ਉਸ ਨੂੰ ਤੁਸੀਂ ਪੂਰੀ ਗੱਲ ਦੇ ਵਿੱਚ, ਪੂਰੇ ਵਾਕ ਦੇ ਵਿੱਚ ਉਹ ਗੱਲ ਕਹਿਣੀ ਹੁੰਦੀ ਹੈ ਆਪਣੀ। ਪਹਿਲਾ ਹੈ ਪ੍ਰਗਟਾਵਾ। ਬੱਚੋ, ਮਨ ਦੀ ਖੁਸ਼ੀ ਦਾ ਪ੍ਰਗਟਾਵਾ ਗਿੱਧੇ ਰਾਹੀਂ ਕੀਤਾ ਜਾਂਦਾ ਹੈ। ਮਨਮੋਹਕ। ਗਿੱਧਾ ਬਹੁਤ ਹੀ ਮਨਮੋਹਕ ਨਾਚ ਹੈ। ਹਾਵ ਭਾਵ। ਬੋਲੀਆਂ ਰਾਹੀਂ ਕੁੜੀਆਂ ਆਪਣੇ ਮਨ ਦੇ ਹਾਵ ਭਾਵ ਪ੍ਰਗਟ ਕਰਦੀਆਂ ਹਨ। ਹਰਕਤ। ਗਿੱਧਾ ਸਰੀਰਕ ਹਰਕਤਾਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਸਾਂਗ। ਬੋਲੀਆਂ ਤੋਂ ਇਲਾਵਾ ਸਾਂਗ, ਰੰਗ, ਤਮਾਸ਼ੇ ਵੀ ਗਿੱਧੇ ਦਾ ਸ਼ਿੰਗਾਰ ਹੁੰਦੇ ਹਨ। ਵੰਨਗੀ। ਗਿੱਧੇ ਵਿੱਚ ਲੰਮੀਆਂ ਅਤੇ ਛੋਟੀ ਵੰਨਗੀ ਦੀਆਂ ਬੋਲੀਆਂ ਪ੍ਰਚਲਿਤ ਹਨ। ਰੰਗ ਬੰਨ੍ਹਣਾ। ਕੁੜੀਆਂ ਨੱਚ ਕੇ ਗਿੱਧੇ ਵਿੱਚ ਰੰਗ ਬੰਨ੍ਹਦੀਆਂ ਹਨ। ਪਰੰਪਰਾ। ਸਮੇਂ ਦੇ ਨਾਲ ਗਿੱਧਾ ਪਾਉਣ ਦੀ ਪਰੰਪਰਾ ਵੀ ਮੱਧਮ ਪੈ ਰਹੀ ਹੈ। ਸੋ ਬੱਚਿਓ, ਇਹ ਸੀ ਆਪਣਾ ਪਾਠ ਲੋਕ ਨਾਚ ਗਿੱਧਾ। ਉਮੀਦ ਹੈ ਸਾਰੀ ਜਾਣਕਾਰੀ ਤੁਹਾਨੂੰ ਬਹੁਤ ਹੀ ਚੰਗੇ ਢੰਗ ਨਾਲ ਸਮਝ ਆਈ ਹੋਏਗੀ ਅਤੇ ਤੁਸੀਂ ਅੱਛੇ ਬੱਚੇ ਬਣ ਕੇ ਇਸ ਨੂੰ ਤੁਸੀਂ ਲਿਖੋਗੇ, ਸਮਝੋਗੇ ਅਤੇ ਜਾਣਕਾਰੀ ਦੂਜਿਆਂ ਨੂੰ ਵੀ ਦਿਓਗੇ। ਧੰਨਵਾਦ।